आपका। और आज हम बात करने वाले हैं कि जीव जंतुओं का और म्यूज़िक का क्या आपस में मेल है। तो आज हमारे पास जो शख्सियत पहुँचे हैं, भाई साहब, भाई नवजोत सिंह जी और रणजोत सिंह जी। तो भाई साहब तंती साज जो हमारे गुरु साहब यूज़ करते थे कीर्तन में, वो सब साज को आज इन्होंने मुड़ दोबारा मैं तो यही कहूँगा जीवित किया है, क्योंकि बहुत हमारे प्रचलन हो गया था, इन साज़ों को यूज़ ही नहीं कर रहे थे। तो बड़ी खुशी हुई ये बात जानकर भी। और जब भाई साहब ने देखा, हमारा फार्म देखा, तो इनकी निगाह गई स्पीकरों पे। तो इन्होंने पूछा कि यार ये बॉक्स कैसे लगाए हुए हैं आपने। तो फिर बात चलते चलते मैंने इनको बताया कि जब हम सुबह 4:30 बजे जब आते हैं यहाँ फार्म पे, तो सबसे पहले हम आके गुरबाणी चलाते हैं इनमें। और यहाँ सुबह 5 बजे से लेके रात को 9 बजे तक बहुत ही धीमी आवाज़ में गुरबाणी चलती है। तो जब ये बात चली तो इनको खुशी भी हुई और इन्होंने कहा कि चलो आज हम क्यों ना यहाँ इनके बीच बैठ के आपको ये भी दिखाएं कि लाइव कैसे गाय इस पे रिएक्ट करती है। तो फिर भाई साहब ने यहाँ पूरा मतलब एक समा बांध दिया, बहुत ही मन लगा गुरबाणी कीर्तन में। और चलिए बात करवाते हैं भाई साहब से आपकी भी। वाहिगुरू जी का खालसा, वाहिगुरू जी की फतेह। ਧੰਨਵਾਦ ਹੈ ਪਹਿਲਾਂ ਤਾਂ ਭਾਈ ਨਵਰੂਪ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਅਸੀਂ ਫਾਰਮ ਦੇਖਿਆ ਤੇ ਖੁਸ਼ੀ ਹੋਈ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਕੁਦਰਤ ਕਰਕੇ ਵਸਿਆ ਸੋਏ ਉਹਦੇ ਸਿਧਾਂਤ ਮੁਤਾਬਕ, ਬਲਿਹਾਰੀ ਕੁਦਰਤ ਵਸਿਆ ਦੇ ਸਿਧਾਂਤ ਮੁਤਾਬਕ ਜ਼ਹਿਰ ਰਹਿਤ ਖੇਤੀ ਅਤੇ ਸਾਰਾ ਕੁਝ ਕੁਦਰਤੀ ਤਰੀਕੇ ਨਾਲ ਸਿਖਾ ਰਹੇ ਆ, ਤੁਹਾਡੇ ਤੱਕ ਪਹੁੰਚਾ ਰਹੇ ਆ, ਆਪ ਜੀ ਰਹੇ ਆ। ਤੇ ਜਦੋਂ ਅਸੀਂ ਇੱਥੇ ਫਾਰਮ ਤੇ ਆਏ ਤਾਂ ਮੈਂ ਸਭ ਤੋਂ ਜਿਹੜੀ ਵੱਡੀ ਗੱਲ ਦੇਖੀ ਕਿ ਜਾਨਵਰ ਸਾਡੇ ਵੀ ਉੱਥੇ ਪਾਲੇ ਜਾਂਦੇ ਆ ਪੰਜਾਬ ਦੇ ਵਿੱਚ ਵੀ, ਪਰ ਇੰਨੀ ਕੇਅਰ ਨਹੀਂ, ਇੰਨਾ ਮੁਹੱਬਤ, ਇੰਨੀ ਸ਼ਿੱਦਤ ਨਾਲ ਨਹੀਂ ਕੰਮ ਹੁੰਦਾ। ਤੇ ਮੈਂ ਦੇਖਿਆ ਕਿ ਇਹਨਾਂ ਨੇ ਸਪੀਕਰ ਲਾਏ ਹੋਏ ਆ, ਗੁਰਬਾਣੀ ਸੁਣਾਉਂਦੇ ਆ ਬੜੇ ਪਿਆਰ ਨਾਲ, ਹਰ ਇੱਕ ਗਾਂ ਦਾ ਨਾਮ ਰੱਖਿਆ ਹੋਇਆ ਤੇ ਉਹ ਗਾਂ ਨੂੰ ਜਿਹਨੂੰ ਆਵਾਜ਼ ਮਾਰਦੇ ਆ ਉਹੀ ਆਉਂਦੀ ਹੈ। ਇਕੱਲੇ ਇਕੱਲੇ ਛੋਟੇ ਛੋਟੇ ਬੱਚਿਆਂ ਦਾ, ਜਿਹੜੇ ਗਾਵਾਂ ਦੇ ਬੱਚੇ ਆ, ਉਹਨਾਂ ਦੇ ਅੱਗੇ ਨਾਮ ਰੱਖੇ ਹੋਏ ਆ। ਤੇ ਮੈਂ ਉਹ ਸਾਰਾ ਕੁਝ ਦੇਖ ਕੇ ਕਿਹਾ ਕਿ ਆਪਾਂ ਕੋਸ਼ਿਸ਼ ਕਰੀਏ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰੀਏ ਕਿ ਜਿੱਦਾਂ ਉਹ ਜੰਗਲ ਦੇ ਵਿੱਚ ਬੈਠ ਕੇ ਪਸ਼ੂ ਪੰਛੀਆਂ ਦੇ ਨਾਲ, ਜੀਵ ਜੰਤੂਆਂ ਦੇ ਨਾਲ ਉੱਥੇ ਬੈਠ ਕੇ, ਝਰਨਿਆਂ ਦੇ ਵਿੱਚ, ਪਹਾੜੀਆਂ 'ਤੇ, ਨਦੀਆਂ ਨਾਲਿਆਂ 'ਤੇ ਬੈਠ ਕੇ ਉਹਨਾਂ ਨੇ ਕੀਰਤਨ ਕਰਨਾ। ਅਤੇ ਮੈਂ ਉਸੇ ਫੀਲ ਨੂੰ ਮਹਿਸੂਸ ਕਰਨਾ ਚਾਹੁੰਦਾ ਸੀ। ਅਤੇ ਮੈਂ ਭਾਈ ਸਾਹਿਬ ਨੂੰ ਕਿਹਾ, ਮੈਂ ਕਿਹਾ ਵੀ ਆਪਾਂ ਅੱਜ ਕੀਰਤਨ ਕਰਦੇ ਹਾਂ ਜੀ। ਅਤੇ ਉਸ ਤੋਂ ਬਾਅਦ ਬੜਾ ਆਨੰਦ ਆਇਆ ਇੱਥੇ ਬੈਠ ਕੇ ਕੀਰਤਨ ਕੀਤਾ। ਜਿਹੜਾ ਗਾਵਾਂ ਦਾ ਰਿਐਕਸ਼ਨ ਸੀ, ਅਸੀਂ ਉਹ ਵੀ ਦੇਖਿਆ ਕਿ ਉਹਨਾਂ ਨੂੰ ਫੀਲ ਪਤਾ ਲੱਗਦਾ ਆ ਕਿ ਸਾਡੇ ਲਾਗੇ ਕੋਈ ਮਿਊਜ਼ਿਕ ਵੱਜ ਰਿਹਾ। ਅਤੇ ਜਿਹੜਾ ਸੰਬੰਧ ਹੈ ਸਾਡਾ ਸੰਗੀਤ ਦੇ ਨਾਲ ਜਾਨਵਰਾਂ ਦਾ, ਉਹ ਤਾਂ ਬਹੁਤ ਪੁਰਾਣਾ ਹੈ, ਕਿਉਂਕਿ ਮਿਊਜ਼ਿਕ ਨਿਕਲਿਆ ਹੀ ਨੇਚਰ 'ਚੋਂ ਹੈ। ਪੰਛੀ, ਅਸੀਂ ਸ਼ਬਦ ਪੜ੍ਹਿਆ ਨਾ, ਚਿੜੀ ਚੌਕੀ ਪਹੁ ਫੁੱਟੀ ਵਗਨ ਬਹੁਤ ਰੰਗ। ਤਾਂ ਚਿੜੀ ਇੱਕ ਅਲਾਰਮ ਹੈ ਕੁਦਰਤ ਦੇ ਵਿੱਚ, ਉਹਨੇ ਆਪਣੇ ਟਾਈਮ 'ਤੇ ਪੂਰੇ 'ਤੇ ਬੋਲਣਾ। ਤੁਸੀਂ ਨੋਟ ਕਰ ਲਓ, ਚਾਹੇ ਕੁਦਰਤ ਦੇ ਵਿੱਚ ਉਹਨੇ ਆਪਣੇ ਟਾਈਮ 'ਤੇ ਹੀ ਬੋਲਣਾ। ਅਤੇ ਗਾਵਾਂ ਮੱਝਾਂ ਨੂੰ ਪਤਾ ਲੱਗ ਜਾਂਦਾ ਕਿ ਸੁਬਾਹ ਹੋ ਗਈ, ਕਿਉਂਕਿ ਇਹਨਾਂ ਕਿਹੜੀ ਘੜੀ ਦੇਖਣੀ ਹੈ। ਤਾਂ ਉਹ ਚਿੜੀ ਚੌਕਦੀ ਹੈ, ਕਨੈਕਸ਼ਨ ਹੋ ਗਿਆ ਇਹਨਾਂ ਦੇ ਨਾਲ, ਉਹਦਾ ਜਿਹੜਾ ਸਾਊਂਡ ਕ੍ਰੀਏਟ ਹੁੰਦਾ ਆ, ਤਾਂ ਉਹ ਪਸ਼ੂ ਪੰਛੀ ਸ਼ੁਰੂ ਤੋਂ ਮਿਊਜ਼ਿਕ ਦੇ ਨਾਲ ਜੁੜੇ ਹੋਏ ਆ। ਉਸ ਤੋਂ ਬਾਅਦ ਡਿਵੈਲਪ ਹੋਇਆ, ਸੰਗੀਤ ਆਇਆ, ਤਾਂ ਬੰਦੇ ਨੇ, ਮਨੁੱਖ ਨੇ ਗਾਉਣਾ ਸ਼ੁਰੂ ਕੀਤਾ ਆਪਣੀ ਖੁਸ਼ੀ ਲਈ, ਤਾਂ ਸਾਡੇ ਗਾਉਣ ਦਾ ਪ੍ਰਭਾਵ ਜਾਨਵਰਾਂ 'ਤੇ ਵੀ ਪੈਣਾ ਸ਼ੁਰੂ ਹੋ ਗਿਆ। ਡਾਕਟਰ ਸਮਿਥ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਲੈਬ ਦੇ ਵਿੱਚ ਅਸੀਂ ਟੈਸਟ ਕੀਤਾ, ਅਤੇ ਉਹਨਾਂ ਨੇ ਸਪੈਸ਼ਲੀ ਗਾਵਾਂ 'ਤੇ ਟੈਸਟ ਕੀਤਾ, ਦੋਵਾਂ 'ਤੇ। ਉਹਨਾਂ ਨੇ ਕਿਹਾ ਕਿ ਅਸੀਂ 2 ਗਾਵਾਂ 'ਤੇ ਨੇਚਰ 'ਤੇ ਟੈਸਟ ਕੀਤਾ, ਸੇਮ ਬਰੀਡ ਹੈ, ਉਹਨਾਂ ਦਾ ਸੇਮ ਟਾਈਮ ਹੈ ਬੱਚਾ ਜੰਮਣ ਦਾ। ਤਾਂ ਉਹ ਅਸੀਂ ਦੇਖਿਆ ਕਿ ਜਿਹੜੀ ਗਾਂ ਮਿਊਜ਼ਿਕ ਸੁਣ ਰਹੀ ਆ, ਉਹਦੇ ਦੁੱਧ ਦਾ ਬੜਾ ਫਰਕ ਪੈ ਰਿਹਾ, ਦੁੱਧ ਵੱਧ ਰਹੀ ਹੈ, ਉਹ ਖੁਸ਼ ਰਹਿੰਦੀ ਆ, ਉਹ ਬਹੁਤਾ ਉਪੱਦਰ ਨਹੀਂ ਕਰਦੀ ਆਪਸ ਦੇ ਵਿੱਚ, ਉਹ ਮਤਲਬ ਉਹਦਾ ਝਗੜਾਲੂ ਜਿਹਾ ਸੁਭਾਅ ਨਹੀਂ ਹੈ। ਅਤੇ ਦੂਸਰੀ ਗਾਂ ਜਿਹੜੀ ਉਹ ਆਮ ਜਾਨਵਰ ਵਾਲੀ ਹੈ, ਮਤਲਬ ਮਿਊਜ਼ਿਕ ਵਾਲੀ ਗਾਂ ਆਪਣਾ ਸੁਭਾਅ ਚੇਂਜ ਕਰ ਰਹੀ ਹੈ ਮਿਊਜ਼ਿਕ ਕਰਕੇ। ਤਾਂ ਮਿਊਜ਼ਿਕ ਦੇ ਵਿੱਚ ਇੱਕ ਬੜੀ ਵੱਡੀ ਤਾਕਤ ਹੈ ਕਿ ਉਹ ਨੇਚਰ 'ਤੇ ਪ੍ਰਭਾਵ ਪਾਉਂਦਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਤੁਹਾਨੂੰ ਤਕਰੀਬਨ ਹੀ ਬਲਿਹਾਰੀ ਕੁਦਰਤ ਵਸਿਆ ਤੋਂ ਲੈ ਕੇ ਕੁਦਰਤ
ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਵਿਚਾਰ, ਉਹ ਤੁਹਾਨੂੰ ਬਾਣੀ 'ਚ ਤਕਰੀਬਨ ਹੀ ਸਾਰੀਆਂ ਉਦਾਹਰਨਾਂ ਕੁਦਰਤ ਦੀਆਂ ਮਿਲਣਗੀਆਂ। ਤੋ ਬੜੀ ਮੈਨੂੰ ਇਸ ਗੱਲ 'ਤੇ ਮੈਂ ਖੁਸ਼ੀ ਵੀ ਹੋਈ ਕਿ ਅਸੀਂ ਅੱਜ ਬੈਠ ਕੇ ਨੈਚੁਰਲੀ ਅਸੀਂ ਕੀਰਤਨ ਕਰਦੇ ਹਾਂ, ਜਿੱਦਾਂ ਸਮਾਗਮਾਂ ਦੇ ਵਿੱਚ ਜਾਂਦੇ ਹਾਂ ਅਸੀਂ ਅੰਦਰ ਬੈਠ ਕੇ ਰਿਆਜ਼ ਕਰਦੇ ਹਾਂ, ਪਰ ਅਸੀਂ 2-3 ਵਾਰ ਨੋਟ ਕੀਤਾ ਆ। ਆਨੰਦਪੁਰ ਸਾਹਿਬ ਵੀ ਅਸੀਂ ਨੋਟ ਕੀਤਾ ਕਿ ਆਨੰਦਪੁਰ ਸਾਹਿਬ ਅਸੀਂ ਗਏ ਕੀਰਤਨ ਕੀਤਾ, ਉੱਥੇ ਵੀ ਅਸੀਂ ਬਾਹਰ ਇੱਦਾਂ ਹੀ ਬੈਠ ਕੇ ਪਾਰਕ 'ਚ ਫੁੱਲਾਂ ਦੇ ਕੋਲ, ਤੇ ਝਰਨਾ ਚੱਲ ਰਿਹਾ ਸੀ, ਤੇ ਉੱਥੇ ਜਦੋਂ ਕੀਰਤਨ ਕੀਤਾ ਤਾਂ ਨਾਲ ਜਿੰਨੀ ਸੰਗਤ ਸੁਣਨ ਵਾਲੀ ਸੀ ਉਹ ਕਹਿੰਦੇ ਵੀ ਅੱਜ ਸਾਨੂੰ ਕੁਝ ਵੱਖਰਾ ਮਜ਼ਾ ਆਇਆ। ਪਸ਼ੂ ਪੰਛੀ ਵੀ ਚਿੜੀ, ਤੁਸੀਂ ਸ਼ਬਦ ਪੜ੍ਹ ਰਹੇ ਮਗਰ ਚਿੜੀਆਂ ਬੋਲ ਰਹੀਆਂ, ਤਾਂ ਸਟੂਡੀਓ ਦੇ ਵਿੱਚ ਇਫੈਕਟ ਲਾਏ ਜਾਂਦੇ ਆ ਕਿ ਜਦੋਂ ਸਟੂਡੀਓ ਦੇ ਵਿੱਚ ਅਸੀਂ ਕੋਈ ਮਿਊਜ਼ਿਕ ਰਿਕਾਰਡ ਕਰਦੇ ਹਾਂ ਤਾਂ ਉਹਦੇ ਵਿੱਚ ਚਿੜੀਆਂ ਦੀ ਆਵਾਜ਼, ਪੰਛੀਆਂ ਦੀ ਆਵਾਜ਼ ਪਾਈ ਜਾਂਦੀ ਆ ਆਪ, ਪਰ ਜਦੋਂ ਤੁਸੀਂ ਕੁਦਰਤ 'ਚ ਬੈਠੇ ਆ, ਪਾਣੀ ਦੀ, ਹਵਾ ਦੀ, ਚਿੜੀਆਂ ਦੀ ਆਵਾਜ਼ ਜਿਹੜੀ ਹੈ ਉਹ ਸਹਿ ਸੁਭਾਅ ਆਉਂਦੀ ਹੈ ਜੀ। ਤਾਂ ਇਸ ਕਰਕੇ ਮੈਂ ਅੱਜ ਨੋਟ ਕੀਤਾ ਕਿ ਬੜੀ ਜਿਹੜਾ ਉਹ ਸੰਗੀਤ ਦਾ ਜਿਹੜਾ ਇੱਕ ਸਾਨੂੰ ਆਨੰਦ ਆਉਂਦਾ ਹੈ, ਕਿਉਂਕਿ ਮਨੁੱਖ ਨਾਲ ਰਿਲੇਟਡ ਪਸ਼ੂ ਹੈ। ਜੇ ਮਨੁੱਖ ਆਨੰਦ ਲੈ ਰਿਹਾ ਟਿਕਿਆ ਹੋਇਆ, ਤੇ ਤੁਸੀਂ ਸੇਵਾ ਕਰਨ ਵਾਲੇ ਗਾਵਾਂ ਦੀ ਇੱਥੇ ਤੁਸੀਂ ਉਹ ਸੰਭਾਲ ਕਰਦੇ ਆ, ਤਾਂ ਜੇ ਤੁਹਾਡੇ ਸੁਭਾਅ ਦੇ ਵਿੱਚ ਉਹ ਮਿਊਜ਼ਿਕ ਚੱਲ ਰਿਹਾ ਤੇ ਗਾਵਾਂ ਨੇ ਤੁਹਾਨੂੰ ਹੀ ਵੇਖਣਾ ਹੈ, ਕਿਉਂਕਿ ਪਸ਼ੂ ਦਾ ਤੁਸੀਂ ਦੱਸਿਆ ਕਿ ਇਹਨਾਂ ਦੀ ਸੈਂਸ ਬੜੀ ਹੈ, ਵੀ ਇਹਨਾਂ ਦਾ ਨੱਕ ਬੜਾ, ਇਹਦਾ ਸਮੈਲ ਲੈ ਲੈਂਦੀਆਂ ਵੀ ਮੇਰਾ ਮਾਲਕ ਆਉਣ ਡਿਆ ਕਿ ਬੇਗਾਨਾ ਆ ਰਿਹਾ। ਤਾਂ ਇਸ ਕਰਕੇ ਇਹਨਾਂ ਨੂੰ ਫਿਰ ਸਾਡੇ ਸੁਭਾਅ ਦਾ ਵੀ ਪਤਾ ਹੋਊਗਾ ਵੀ ਅੱਜ ਇਹ ਗੁੱਸੇ 'ਚ ਹੈ, ਅੱਜ ਇਹ ਆਨੰਦ 'ਚ ਹੈ। ਤਾਂ ਇਸ ਕਰਕੇ ਅੱਜ ਕੀਰਤਨ ਜਿਹੜਾ ਹੋਇਆ ਮੈਨੂੰ ਲੱਗਦਾ ਵੀ ਉਹ ਵਾਕਈ ਇੱਕ ਰਿਲੇਸ਼ਨ ਦਾ ਕੰਮ ਕੀਤਾ ਉਹਨੇ। ਤੇ ਤੁਸੀਂ ਜਿਹੜਾ ਕੀਰਤਨ ਚਲਾਉਂਦੇ ਆ ਬਾਕਸ ਦੇ ਵਿੱਚ ਚਲਾਉਂਦੇ ਆ ਜਾਂ, ਤਾਂ ਉਹਨਾਂ ਦਾ ਨੈਚੁਰਲੀ ਇਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਹੁੰਦਾ, ਕਿਉਂਕਿ ਇਹ ਪ੍ਰੂਵ ਹੈ, ਸਾਇੰਸ ਨੇ ਵੀ ਪ੍ਰੂਵ ਕੀਤਾ ਕਿ ਮਿਊਜ਼ਿਕ ਦਾ ਜਾਨਵਰਾਂ 'ਤੇ ਬਹੁਤ ਵੱਡਾ ਅਸਰ ਹੈ ਜੀ।
आज हमारे जितने भी दर्शक देख रहे हैं उनको भी, मैं भाई साहब जब पंजाबी में बोलने लगे तो मेरे से रोका नहीं गया, क्योंकि भाई साहब हमारी कोशिश है कि ज़्यादा से मतलब वाइड, जो बहुत दूर तक हिंदी समझने वाले बड़ी दूर तक लोग हैं, बट पंजाबी अगर हम बोलते हैं तो थोड़ा लिमिटेड रह जाता है। आपका इस विषय पे क्या बोलना है? मैं ਪਹਿਲਾਂ ਤਾਂ ਸ਼ਾਰਟ 'ਚ, ਕਿਉਂਕਿ ਮੇਰੀ ਤਾਂ ਭਾਸ਼ਾ ਪੰਜਾਬੀ ਹੈ, ਤਾਂ मैं इस करके पंजाबी बोलता है। तो ਤੁਹਾਡਾ एक पर्पस है, आपका एक पर्पस है कि जो आपकी बात है वो ज़्यादा लोगों तक जाए। ज़्यादा लोगों का मतलब कि हिंदी बहुत ज़्यादा लोग बोल रहे हैं, और पंजाबी जो एक पंजाब के एरिए में बोली जाती है। तो हम आपको किसी भी तरीके से, आपके जो दर्शक हैं जो सवाल करते हैं, जहाँ कोई भी आपको कहता है कि आप पंजाबी में क्यों नहीं बोलते, भी आप सरदार लोग हैं, तो सवाल उनका बनता है क्योंकि उनका अपने एंगल से सवाल आता है। मगर आपका जो पर्पस है वो ये है कि आप जो भी यहाँ कर रहे हो, खेती का कर रहे हो, छोटी छोटी जानकारी देते हो, कैसे हम ऑर्गेनिक स्प्रे बना सकते हैं, कैसे हम यहाँ खेती कर सकते हैं, खाद कैसे बनानी है। तो अगर आप पंजाबी में बोलोगे, जो हिंदी वाला है वो आपको इग्नोर करेगा कि मुझे समझ तो आती नहीं है, तो मैं क्यों देखूं, क्योंकि बहुत टाइम लोगों के पास सीमित है। अगर आप सीमित टाइम में लोगों के पास सही जानकारी उनकी भाषा में दे दो तो आपका टाइम भी बचता है, समय भी बचता है। सो आपके इस सवाल पे मुझे एक बात जो याद आ रही, क्योंकि हम हैं गुरबानी के प्रचारक हैं, तो वहाँ पे हमने ये पढ़ते हैं, हम श्री गुरु ग्रंथ साहिब जी में पढ़ते हैं कि गुरु नानक साहब जी जहाँ भी गए, और हर भाषा का शब्द, हर लैंग्वेज का, यहाँ तक कि मुझे पूरा प्रॉपर याद नहीं, मगर तकरीबन 60 लैंग्वेज के कुछ अंश जो हैं वो भी आए हैं। जैसे कुछ अल्फाज हैं, वो सिर्फ अल्फाज, एक एक अल्फाज जो है वो गुरबानी में यूज़ किया गया। तो उसकी मैं उदाहरण दे रहा हूँ आपको। जैसे गुरु नानक साहब, गुरु तेग बहादुर साहब की जितनी बाणी है, आप 9वें महल्ले के जो श्लोक हैं गुरु तेग बहादुर साहब के, वो पढ़िए, आपको हिंदी की झलक दिखेगी उनके तकरीबन। इवन के मैंने फतेह बुलाई प्रोग्राम से पहले, तो मैंने कहा वाहिगुरु जी का खालसा वाहिगुरु जी की फतेह, उसमें जी का और जी की जो है वो हिंदी एक्सेंट है। तो इसलिए सतगुरु जी ने कोई भेदभाव नहीं किया। आप हिंदी बोल रहे हो, बात जानी चाहिए, आपकी जो मैसेज है वो सही जगह जाना चाहिए। आप भाषा कौन सी यूज़ करें, आपको उनकी ही यूज़ करनी पड़ेगी। उसका एक है मारवाड़ी भाषा है, जैसे यहाँ राजस्थान में बोल रहे हैं, तो वहाँ आता है गर्भ गहलड़ो मूडड़ो हियो री हियो महराज री मायो, गुरु ग्रंथ साहिब जी का शब्द है। डीहर न्यायी मोहे फाक्यो री, आपके ज़्यादा को कहते हैं गणों, गणों 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 सद लोड़ है बिन लहने कैठे पायो री। तो सतगुरु ने इन्हों समझाया, जदों इनको समझाया तो उनकी भाषा में बात की। जब अरब कंट्री की तरफ गए तो उन्होंने कहा, फ़ारसी में कहा, यक अर्ज़ गुफ्तम पेश तो दरगोश कुन करतार, हक्का कबीर करीम तू बेऐब परवदगार, दुनिया मुकामे फ़ानी तहकीक दिलदानी। तो जो फ़ारसी जानता है वो इसका सीधा सीधा अर्थ कर देगा। तो सतगुरु ने उनकी बात, एक और बड़ा अच्छा सतगुरु का शब्द है जो गुरबानी में, वो है अल्लाह पाकं पाक है शक करों से दूसर होए। तो जो अल्लाह कहते हैं, पाक कहते हैं उसे, तो उनको सीधा समझ आ गया कि ये हमारे अल्लाह को पाक कह रहे हैं। इसी तरह ब्राह्मण के साथ जब वार्ता हुई, क्योंकि वो तो संस्कृत का ज्ञाता है, तो ब्राह्मण के साथ जब वार्ता हुई तो सतगुरु ने उनको उपदेश दिया, पढ़ पुस्तक संध्या बादंग सिल पूज सबगल सुमादंग, मुख झूठ विभूखण सारंग, त्रैपाल तिहाल विचारंग, गलमाला तिलक लाटंग, दोए धोती वस्त्र कपाट। तो सभी संस्कृति है, ठीक है। तो इसलिए ये बहुत आप जो सवाल करते हैं उनसे आग्रह भी है, बेनती भी है कि बात को समझिए कि हमारा मकसद क्या है। हिंदी बोलना नहीं बोलना वो एक विषय जरूर है। हम पंजाबी हैं, हमारी मातृभाषा पंजाबी है, पंजाबी बोलेंगे, गुरु साहिबान ने पंजाबी बोली है। मगर कुछ काम ऐसे हैं, जैसे आपका काम है कि आपने हिंदी में बोलना है और लोगों को समझ आनी है। अगर आप इस बात पे अड़ जाएं कि हम तो पंजाबी बोलेंगे,
तो मुझे नहीं लगता कि आपकी बात वो दर्शक समझ पाएंगे जो हिंदी जानते हैं। तो इसका मतलब हमारी उस बात के साथ आपका जो प्रचार है वो ब्रेक लग जाएगी जी। तो दोस्तों उम्मीद है आज का एपिसोड आपको बहुत अच्छा लगा होगा, थोड़ा अलग भी लगा होगा। तो भाई साहब के बारे में मैं आपको बता दूं कि इनका शब्द नाद के नाम से यूट्यूब पे आप सर्च कर सकते हो और डिस्क्रिप्शन में लिंक भी आपको देंगे। और चलिए फिर मिलते हैं एक और एपिसोड के साथ। तो तब तक के लिए आपका और हमारा रब राखा। वाहिगुरू जी का खालसा, वाहिगुरू जी की फतेह।